ਮੇਰੇ ਵੀਰੋ ਤੇ ਭੈਣੋ, ਜੈਸੇ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਹਰ ਹਫ਼ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਜਿਹੜੇ ਮਸਲੇ ਨੇ ਪੰਜਾਬ ਦੇ ਗੰਭੀਰ ਮਸਲੇ ਨੇ ਉਹਨਾਂ ਦੇ ਉੱਪਰ, ਔਰ ਤੁਹਾਡੀ ਆਪਣੀ ਕੋਈ ਸੋਚ ਹੈ, ਕੋਈ ਗੱਲਾਂ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ, ਤੁਸੀਂ ਮੇਰੇ ਨਾਲ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ ਮੇਰੇ ਬਾਰੇ, ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਹੁਣ ਪਹਿਲੀ ਗੱਲ ਤਾਂ ਜਿਹੜੇ ਸਾਰਾ ਹੀ ਪੰਜਾਬ ਜਾਣਨਾ ਚਾਹੁੰਦਾ ਕਿ ਕੋਵਿਡ ਜੋ ਇੱਕ ਬਿਮਾਰੀ ਇਹੋ ਜਿਹੀ ਭੈੜੀ ਆਈ ਹੈ ਸਾਰੀ ਦੁਨੀਆ ਦੇ ਵਿੱਚ, ਔਰ ਜੋ ਸਾਨੂੰ ਖਰਾਬ ਕਰ ਰਹੀ ਹੈ, ਉਸ ਨੂੰ ਉਹਦਾ ਕੀ ਸੰਭਾਲ ਹੋਈ ਹੈ। ਤੁਹਾਨੂੰ ਖੁਸ਼ੀ ਹੋਏਗੀ ਕਿ ਪੰਜਾਬ ਇੱਕ ਪਹਿਲੇ ਨੰਬਰ ਦਾ ਇਹਨੂੰ ਮੰਨਿਆ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਕੋਵਿਡ ਨੂੰ ਸਾਂਭਿਆ ਹੋਇਆ। ਔਰ ਉਹ ਜਿਹੜੀ ਅੱਜ ਹਿੰਦੁਸਤਾਨ ਦੀਆਂ ਜਿਹੜੀਆਂ ਆਪਣੀਆਂ ਇਹਦੇ ਉੱਪਰ ਮਾਹਰ ਨੇ, ਉਹ ਵੀ ਦੱਸਦੇ ਨੇ ਕਿ ਪੰਜਾਬ ਨੇ ਬਹੁਤ ਵਧੀਆ ਕੰਮ ਕੀਤਾ ਇਸ ਦੇ ਉੱਪਰ। ਇਹਦੇ 'ਚ ਮੈਂ ਤੁਹਾਨੂੰ ਦੱਸ ਸਕਦਾ ਕਿ 2028 ਆਪਣੇ ਕਨਫਰਮਡ ਕੇਸ ਹੋਏ ਨੇ ਪੰਜਾਬ ਦੇ ਵਿੱਚ, ਜਿਹਦੇ ਵਿੱਚੋਂ 1819 ਵਾਪਸ ਘਰਾਂ ਚਲੇ ਗਏ। ਤਾਂ ਸਿਰਫ 200 ਦੇ ਕਰੀਬ ਇਸ ਵੇਲੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਹਸਪਤਾਲ ਦੇ ਵਿੱਚ, ਔਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਵੀ ਠੀਕ ਹੋ ਜਾਣਗੇ ਔਰ ਵਾਪਸ ਜਾਣਗੇ। ਸਿਰਫ ਇੱਕ ਜ਼ੀਰੋ ਨੇ ਸਾਡੇ ਜਿਹੜੇ ਆਕਸੀਜਨ ਲੈ ਰਹੇ ਨੇ ਇਸ ਵੇਲੇ। ਇੱਕੋ ਬੰਦਾ ਹੈ ਜੋ ਇਸ ਵੈਂਟੀਲੇਟਰ ਦੇ ਉੱਪਰ ਉਹਨਾਂ ਦੀ ਸਪੋਰਟ ਹੈ, ਬਾਕੀ ਸਿਰਫ ਆਪਣੀ ਰਿਕਵਰੀ ਦੇ ਵਿੱਚ ਲੱਗੇ ਹੋਏ ਨੇ। ਅਤੇ ਮਹਾਰਾਜ ਦੀ ਆਪਣੀ ਬੜੀ ਕਿਰਪਾ ਹੋਈ ਹੈ ਸਾਡੇ 'ਤੇ, ਔਰ ਪੰਜਾਬ ਇਸ 'ਚ ਕਾਫੀ ਅੱਗੇ ਆਪਣੇ ਬੰਦਿਆਂ ਦੀ ਸੰਭਾਲ ਕਰ ਸਕਿਆ। ਤੁਹਾਨੂੰ ਪਤਾ ਹੈ, ਹੋਰ ਮੈਂ ਇਹ ਦੂਜੇ ਸੂਬਿਆਂ ਦੇ ਬਾਰੇ ਕੁਛ ਟਿੱਪਣੀ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹ ਜਾਣਨਾ ਜ਼ਰੂਰੀ ਹੈ ਤੁਹਾਨੂੰ ਕਿ ਜਦੋਂ ਕੋਈ ਬਿਮਾਰੀ ਆਉਂਦੀ ਹੈ, ਇਹ ਬਹੁਤ ਵੱਧਦੀ ਹੈ, ਔਰ ਇਹਦੀ ਡਬਲਿੰਗ ਜਿਹਨੂੰ ਕਹਿੰਦੇ ਨੇ ਕਿ ਅੱਜ ਕੋਈ 10 ਕੇਸ ਨੇ ਕਿਸੇ ਸੂਬੇ 'ਚ, ਉਹ ਜਿੱਥੇ 20 ਹੋ ਜਾਣਗੇ ਉਹ ਡਬਲਿੰਗ ਕਹਿੰਦੇ ਨੇ। ਉਸ ਕਿਸਮ ਦੀ ਡਬਲਿੰਗ ਹਿੰਦੁਸਤਾਨ ਦੀ ਅੱਜ ਔਸਤ ਹੈ ਤਕਰੀਬਨ 15 ਦਿਨ ਦੇ ਵਿੱਚ, 14 ਦਿਨ, ਕਿ 14 ਦਿਨ ਬਾਅਦ ਡਬਲ ਹੋ ਜਾਂਦੇ ਹੈ ਹਿੰਦੁਸਤਾਨ ਦੇ ਜਿਹੜੇ ਇਹ ਆਪਣੇ ਮਰੀਜ਼ ਨੇ। ਔਰ ਦਿੱਲੀ ਦੇ ਵਿੱਚ 15 ਦਿਨ ਹੈ, ਪੰਜਾਬ ਦੇ ਵਿੱਚ 86 ਦਿਨ ਤੋਂ ਬਾਅਦ ਸਾਡੀ ਡਬਲਿੰਗ ਹੋ ਰਹੀ ਹੈ। ਉਹਦਾ ਮਤਲਬ ਕੰਟਰੋਲ ਬੜਾ ਅੱਛਾ ਹੈ ਸਾਡਾ ਇਹਦੇ ਉੱਪਰ। 86 ਦਿਨ ਡਬਲਿੰਗ ਰੇਟ ਪੰਜਾਬ ਦਾ, 86 ਦਿਨ ਤਾਂ ਬਹੁਤ ਵੱਡੀ ਚੀਜ਼ ਹੈ। ਇਹ ਹੈ ਜ਼ਰੂਰ ਕਿ ਲੋਕ ਹੁਣ ਬਾਹਰੋਂ ਆਉਣ ਲੱਗ ਗਏ ਨੇ। ਅੱਜ ਵੀ 5 ਜਹਾਜ਼ ਬਾਹਰਲੇ ਮੁਲਕਾਂ ਦੇ ਵਿੱਚੋਂ ਆਏ ਨੇ। ਉੱਥੋਂ ਉਹ ਲੋਕ ਕੋਈ ਬਿਮਾਰੀ ਆ ਸਕਦੀ ਹੈ। ਤੁਹਾਡੇ ਸਵਾਲ ਵੀ ਇੱਕ ਹੋਇਆ ਹੈ ਬਿਮਾਰੀ ਦੇ ਬਾਰੇ ਕਿ ਬਾਹਰਲੇ ਮੁਲਕਾਂ 'ਚ ਆ ਸਕਦੀ ਹੈ, ਲੇਕਿਨ 20,000 ਪੰਜਾਬੀਆਂ ਨੇ ਆਉਣਾ ਹਾਲੇ ਹੁਣ ਤੱਕ। ਸ਼ਾਇਦ ਉਸ ਤੋਂ ਬਾਅਦ ਕੁਛ ਹੋਰ ਦੀ ਵੀ ਲਿਸਟ ਹੋਵੇ, ਲੇਕਿਨ 20,000 ਉੱਥੋਂ ਆਉਣੇ। 60,000 ਸਾਡੇ ਜਿਹੜੇ ਪੰਜਾਬੀ ਵਸੇ ਹੋਏ ਨੇ ਦੂਜੇ ਸੂਬਿਆਂ ਦੇ ਵਿੱਚ, ਉਹ ਵੀ ਵਾਪਸ ਆ ਰਹੇ ਨੇ। ਉਹਨਾਂ ਦੇ ਤੋਂ ਵੀ ਆ ਸਕਦੀ ਹੈ। ਜੈਸੇ ਮਹਾਰਾਸ਼ਟਰ ਤੋਂ ਸਾਡੇ ਨੰਦੇੜ ਤੋਂ ਆਏ 4,000 ਕੁਛ, ਔਰ ਉਹਨਾਂ ਦੇ ਵਿੱਚੋਂ 905 ਉਹਨਾਂ ਦੀ ਕੈਜੂਅਲਟੀਜ਼ ਉਹਨਾਂ ਦੀ ਪੋਜ਼ੀਟਿਵ ਨਿਕਲੇ ਇਹਦੇ ਵਿੱਚ। ਐਸੇ ਹੀ ਵਿਦੇਸ਼ਾਂ ਦੇ ਵਿੱਚੋਂ ਹੁਣ ਦੁਬਈ 'ਚੋਂ ਪਿਛਲੇ ਦਿਨ ਕੁਛ ਲੋਕ ਆਏ ਸੀ ਔਰ ਸਰਟੀਫਿਕੇਟ ਲਿਆਏ ਨੇ ਦੁਬਈ ਸਰਕਾਰ ਦੀ ਕਿ ਉਹਨਾਂ ਦੀ ਟੈਸਟਿੰਗ ਸਭ ਕੁਛ ਹੋ ਗਈ। ਇੱਥੇ ਆ ਕੇ ਉਹਨਾਂ ਦੇ ਕਈ ਪੋਜ਼ੀਟਿਵ ਨਿਕਲੇ। ਤੋ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਇਹ ਅਸੀਂ ਪੂਰੀ ਕੰਟਰੋਲ ਰੱਖ ਰਹੇ ਹਾਂ। ਜੋ ਜਹਾਜ਼ ਆ ਰਿਹਾ ਉਹ ਕੰਟਰੋਲ ਹੋਊਗਾ। ਜੋ ਬਿਲਕੁਲ ਠੀਕ ਨੇ ਉਹਨਾਂ ਨੂੰ 14 ਦਿਨ ਕੁਆਰੰਟੀਨ ਕਰਨੀ ਪਊ। ਜੋ ਠੀਕ ਨਹੀਂ ਉਹਨਾਂ ਨੂੰ ਸਾਡੇ ਇੰਸਟੀਟਿਊਸ਼ਨਲ ਜਾ ਕੇ ਉੱਥੇ ਕੁਆਰੰਟੀਨ ਦੇ ਵਿੱਚ ਰਹਿਣਾ ਪਊ, ਤਾਂ ਕਿ ਉੱਥੇ ਅਸੀਂ ਠੀਕ ਕਰੀਏ। ਮੈਂ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਇਹ ਬਿਮਾਰੀ ਹੋਰ ਫੈਲੇ ਸਾਡੇ ਪੰਜਾਬ ਦੇ ਵਿੱਚ। ਜਿਹੜੀ ਵੱਡੀ ਗੱਲ ਹੈ ਇਹ ਦੇਖਣ ਨੂੰ ਕਿ ਇਹਦੇ ਬਾਵਜੂਦ ਇੱਕ ਪਾਸੇ ਕੋਵਿਡ ਦਾ ਕੰਮ, ਇੱਕ ਪਾਸੇ ਵਾਢੀ ਪੂਰੇ ਪੰਜਾਬ ਦੇ ਵਿੱਚ ਲੱਗੀ ਹੋਈ, ਔਰ ਫਿਰ ਵੀ ਅਸੀਂ ਜਿਹੜਾ ਆਮ ਸਾਡੇ ਸਵਾਸਥ ਮਹਿਕਮੇ ਦਾ ਕੰਮ ਹੈ ਇਮਿਊਨਾਈਜੇਸ਼ਨ, BCG ਦਾ, TB ਦਾ, ਇਹ ਪੋਲੀਓ ਡ੍ਰੌਪਸ ਵਗੈਰਾ, ਸਾਡੀ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਸਾਡੀ ਜਿਹੜੇ ਸਾਡੇ ਮਹਿਕਮੇ ਹੈਲਥ ਮਿਨਿਸਟਰ ਨੇ ਕੀਤਾ, ਹੈਲਥ ਮਹਿਕਮੇ ਨੇ ਕੀਤਾ ਆਪਣੇ ਮਿਨਿਸਟਰ ਦੇ ਅਧੀਨ, ਉਹ ਸਾਡੇ ਪੰਜਾਬ ਦੇ ਵਿੱਚ ਹੋਇਆ। 96% ਸਾਡੇ ਬੱਚੇ ਪੰਜਾਬ ਦੇ ਵਿੱਚ ਇਮਿਊਨਾਈਜੇਸ਼ਨ ਹੋਈ ਹੈ, ਜਿੱਥੇ ਨੈਸ਼ਨਲ ਐਵਰੇਜ ਅੱਜ 89% ਦਾ ਹੈ। ਸੋ ਅਸੀਂ ਉਸ ਤੋਂ ਬਹੁਤ ਅੱਗੇ ਜਾ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਹਰ ਪੱਖੋਂ ਪੰਜਾਬ ਦੀ ਸੰਭਾਲ ਹੋ ਰਹੀ ਹੈ, ਔਰ ਇਹ ਤੁਹਾਡੀ ਹਿੰਮਤ ਹੈ ਸਾਰੀ। ਦੇਖੋ, ਅਸੀਂ ਹੁਕਮ ਦੇ ਸਕਦੇ ਹਾਂ, ਅਸੀਂ ਕਾਨੂੰਨ ਬਣਾ ਸਕਦੇ ਹਾਂ। ਅਗਰ ਤੁਸੀਂ ਨਾ ਉਹ ਕਾਨੂੰਨ ਮੰਨੋਗੇ ਫਿਰ ਗੱਲਾਂ ਚੱਲਦੀਆਂ ਨਹੀਂ ਅੱਗੇ। ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਘਰਾਂ 'ਚ ਨਾ ਨਿਕਲੋ, ਤੁਸੀਂ ਘਰਾਂ 'ਚ ਰਹੇ।
मैं कहा सी ਤੁਹਾਨੂੰ जो डॉक्टर दसते ने हथ धो होर चीज़ां करो वो तुसीं कीतियां किते बाहर जाण दी लोड़ पई मैं क्या मास्क बगैर ना जाओ तुसीं कीती अज मैनूं शिकायतां कुछ आ रही ने कि जब तो लॉकडाउन चक्या है कुछ लोग अपने बगैर मास्क तो बाहर जा रहे हैं बिल्कुल गलत बात है और मैं पुलिस नूं कहा कि ਜਿਹੜੇ ਬੰਦੇ ਆਪਣੇ बगैर मास्क बाहर ਜਾਣਗੇ ਜਿਹੜੇ ਦੂਜਿਆਂ ਨੂੰ ਖਤਰਾ ਕਰ ਸਕਦੇ ਨੇ ਉਹਨਾਂ 'ਤੇ ਚਲਾਨ ਕਰਨਾ ਪਊ ਹੋਰ ਕੋਈ ਤਰੀਕਾ ਨਹੀਂ ਔਰ ਇਹ ਅਸੀਂ ਕਰਾਂਗੇ ਔਰ ਅਸੀਂ ਦੇਖਾਂਗੇ ਕਿ ਇਹ ਬਿਮਾਰੀ ਜਿਹੜੀ ਹੈ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਦਬਾ ਕੇ ਅਸੀਂ ਰੱਖੀਏ ਹੁਣ ਕਦੋਂ ਤਾਈਂ ਰਹੂ ਔਰ ਕੈਸੇ ਜਾਓਗੇ ਇਹ ਤਾਂ ਵਾਹਿਗੁਰੂ ਜਾਣਦਾ ਕਿਉਂਕਿ ਇਹ ਬਿਮਾਰੀ ਕਿਸੇ ਨੂੰ ਨਹੀਂ ਪਤਾ ਕਿ ਦੁਨੀਆ ਦੇ ਵਿੱਚ ਕਿਸ ਕਿਸਮ ਦੀ ਬਿਮਾਰੀ ਹੈ ਕਿ ਤੁਸੀਂ ਦੇਖ ਰਹੇ ਹੋ ਅਮਰੀਕਾ 'ਚ ਕੀ ਹੋ ਗਿਆ 16 ਲੱਖ ਕੇਸ ਉੱਥੇ ਨੇ ਸਾਡਾ 2000 ਕੇਸ ਹੈ ਪੰਜਾਬ 'ਚ ਔਰ ਉਹਦੇ ਵਿੱਚੋਂ 1 ਲੱਖ ਦੇ ਕਰੀਬ ਉੱਥੇ ਮੌਤਾਂ ਹੋਣ ਦੀਆਂ ਹੁਣ 90 ਸਮਥਿੰਗ 1000 पे ਪਹੁੰਚ ਗਿਆ 97000 ਤੇ ਪਤਾ ਨਹੀਂ ਲੱਖ ਤਾਂ ਉੱਥੇ ਉਹਨਾਂ ਦੀ ਮੌਤਾਂ ਹੀ ਹੋਈਆਂ ਨੇ ਇਹੀ UK ਦਾ ਹਾਲ ਇਹੀ ਕੈਨੇਡਾ ਦਾ ਹਾਲ ਇਹੀ ਪੂਰਾ ਯੂਰਪ ਦਾ ਹਾਲ ਇਹੀ ਹੁਣ ਸਾਊਥ ਅਮਰੀਕਾ ਦੇ ਵਿੱਚ ਵੀ ਪਹੁੰਚ ਗਿਆ ਸਾਰੇ ਕਿਤੇ ਇਹ ਕੰਮ ਚੱਲ ਰਿਹਾ ਹੈ ਸੋ ਕਿੱਥੇ ਜਾਣਾ ਹੈ ਕੈਸੇ ਜਾਣਾ ਹੈ ਕਿ ਕਦੋਂ ਜਾਊਗਾ ਇਹ ਕੁਛ ਨਹੀਂ ਕਹਿ ਸਕਦਾ ਮੈਂ ਤਾਂ ਤੁਹਾਨੂੰ ਇਹ ਧਿਆਨ ਰੱਖਣਾ ਪਊ लॉकडाउन जरूर असी घटाया कर्फ्यू घटाया क्योंकि सदा वास्ते तो बंदे अपने घरां च नहीं बह सकते इंडस्ट्री ने भी चलना है होर चीज़ों ने चलना है लेकिन तुसी अगर ये मेनटेन करोगे जी सिस्टम असी दसी है और इंडस्ट्री विच भी अंदर तुसी अपना स्पेसिंग मेनटेन करो और अपने लेबर की देखभाल करो ये जरूर अपनी इंडस्ट्री भी चल सकू तुसी भी सही रहोगे पंजाब की इकॉनमी का भी फर्क पऊगा और थोड़ी सेहत भी ठीक रहू मेरा नंबर 1 प्रोग्राम यही है कि पंजाबियों की सेहत ठीक रहे और वो असी उस सेहत वास्ते ही असी पूरा ये सारा प्रोग्राम रखे अज वाहिगुरू की कृपा नाल पंजाब नूं दसदे ने कि असी नंबर 1 ते हैं पूरे हिंदुस्तान च ये थोड़ी हिम्मत है मेरी हिम्मत नहीं थोड़ी हिम्मत है और मैं आस करदा कि तुसीं इसनूं अगे भी अहीं रखना ये तो पहला कि मैं होर गल्लां च पवां जिहड़े तुसीं सवाल कीते ने मैं 1-2 गल्लां आप नूं अपने तौर तो दसना चाहुंदा वो है मैं धन्नवादी हाँ अपने किसानों का बड़े औखी घड़ी दे विचों निकलदा है किसान अपनी पहला बिजाई करता है फिर पता नहीं लगता कदों गड़े पै जाते हैं कदों तूफान आ जाता है कदों कुछ हो जाता है कदे कुछ हो जाता है अपनी मेहनत नाल उन्होंने ये बावजूद कि कोविड फैलिया होया सी उन्होंने अज पैदावार साड़ी 125 लाख टन साड़ी आ चुकी मंडियां हाले भी आ रही है मेरे ख्याल की 35,000 टन सी तो तकरीबन 127 लाख टन तक असी पहुँच जाएंगे ये हिम्मत है सारिਆਂ ਦੀ ਜਿਹੜੀ और हिम्मत ਉਹਨਾਂ ਦੀ ਜਿਹੜੇ ਸਾਡੇ ਮਹਿਕਮੇ ਚਲਾ ਰਹੇ ਨੇ ਖਰੀਦ ਦਾ ਮਹਿਕਮਾ ਔਰ ਸਾਡੇ ਐਗਰੀਕਲਚਰ ਦਾ ਮਹਿਕਮਾ ਜਿਨ੍ਹਾਂ ਨੇ ਰਲ ਕੇ ਕੀਤਾ ਹੈ ਕਿਸੇ ਇੱਕ ਬੰਦੇ ਨੂੰ ਕਿਸੇ ਵੀ ਮੰਡੀ ਦੇ ਵਿੱਚ ਇਹ ਕਰੋਨਾ ਨਹੀਂ ਹੋਇਆ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਆਪਣਾ ਡਿਊਟੀ ਪੂਰੀ ਕੀਤੀ जिस तरीके नाल उत्ते पुलिस लाई होम गार्ड्स लाए NCC के बच्चे लगे उन्होंने देखा कि लोग एक दूजे दे तो दूर रहन और कला कला मैं थोनू वादा किया सी कि दाणा दाणा असी चक्कांगे मंडी चों और दाणा दाणा चक्या जा रहा है सारे दी पेमेंटा हो रही ने किसी नूं किसी तरीके की अगर कोई शिकायत होए मैनूं दसना लेकिन अज ताईं अपने तौर पर किसी ने शिकायत नहीं कोई की सारे खुश ने जो मैनूं खबरां आ रही ने अपने मंडियां चों और अपने पिंडां दे विचों और किसानी दे विचों सब खुश ने इस काम च जिथे ताईं लोग साढ़े बाहर जाना चाहते से साढ़े माइग्रेंट लेबर है वो अपने तकरीबन 13 लाख के करीब अपने पंजाब च है और वो सारे जिथे लुधियाना अमृतसर जलंधर वगैरह सारे किते जिथे इंडस्ट्री लगी है उत्थे ज़्यादा उत्थे रहे उन्होंने भी देखा जोड़ा कुछ हो रहा करोना च और अपने बड़े सालों तो इत्थे काम करते आए हैं तो उन्होंने कई सोचा कि असीं घरां जाके अपने परिवारां नूं मिलीए उन्होंने वास्ते असी ट्रेनां कीतियां ने और 607 बसां जो जमुना दे नाल जो UP का हिस्सा होंदा है सहारनपुर वगैरह उत्ते ताईं बसां भेजियां ने इधरले पासे बिहार नूं झारखंड उड़ीसा और UP वगैरह दे विच साडियां ट्रेनां गईयां ने 1600 बंदा एक ट्रेन च जांदा है और अज ताईं साढ़े 3,25,000 माइग्रेंट लेबर चली गई है अपने घरां दे विच और बसां दे राहीं 17,000 अपनी माइग्रेंट अपने पिंडां 'च असीं पहुँचा दित्ती खुशी एक गल दी है कि जेड़े ये माइग्रेंट लेबर ने अपना सीट बुक कराए से साढ़े वैबसाइट ते आए
ਔਰ ਫਿਰ ਜਦੋਂ ਕੋਈ ਟ੍ਰੇਨ ਜਾਂਦੀ ਸੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਨੂੰ SMS ਦੇ ਉੱਪਰ ਦੱਸਦੇ ਸੀ ਕਿ ਤੁਸੀਂ ਫਲਾਣੇ ਟ੍ਰੇਨ 'ਤੇ ਜਾਣਾ, ਫਲਾਣੇ ਵਜੇ ਤੁਸੀਂ ਆਪਣੇ ਰੇਲਵੇ ਸਟੇਸ਼ਨ ਪਹੁੰਚੋ। ਉਹਦੇ ਵਿੱਚੋਂ ਤਕਰੀਬਨ ਅੱਧੇ ਲੋਕਾਂ ਨੇ ਜਾਣਾ ਛੱਡਤਾ ਔਰ ਪੰਜਾਬ 'ਚ ਰਹਿ ਰਹੇ ਨੇ। ਔਰ ਇਹੀ ਕਾਰਨ ਹੈ ਕਿ ਜਿੱਥੇ ਸਾਡੀ 2,56,000 ਇੰਡਸਟਰੀ ਹੈ ਪੰਜਾਬ ਦੇ ਵਿੱਚ, ਅੱਜ 1.5 ਲੱਖ ਇੰਡਸਟਰੀ ਆਪਣੀ ਚੱਲ ਪਈ। ਉਹਦਾ ਮਤਲਬ ਲੇਬਰ ਆਪਣੇ ਕੰਮਾਂ 'ਤੇ ਫਿਰ ਉੱਥੇ ਜਾ ਕੇ ਆਪਣਾ ਕੰਮ ਕਰਨ ਲੱਗੀ। ਇਹ ਪੰਜਾਬ ਦੀ ਸੇਵਾ ਹੈ ਔਰ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਘਰ ਜਾਣ ਦੇ ਬਜਾਏ ਇਹ ਆਪਣੇ ਇੰਡਸਟਰੀ ਦੇ ਵਿੱਚ ਸਾਡੇ ਵਾਸਤੇ ਪੰਜਾਬ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ। ਤੁਸੀਂ ਪੰਜਾਬ ਦੇ ਨਾਲ ਬੜਾ ਤੁਹਾਡਾ ਸਾਥ ਰਿਹਾ ਬੜੀ ਦੇਰ ਤੋਂ, ਔਰ ਹੁਣ ਫਿਰ ਆਪਾਂ ਆਰਥਿਕ ਤੌਰ 'ਤੇ ਆਪਣੇ ਸੂਬੇ ਨੂੰ, ਤੁਹਾਡੇ ਸੂਬੇ ਨੂੰ, ਤੁਸੀਂ ਵੀ ਜਦ ਉਰੇ ਕੰਮ ਕਰਦੇ ਤੁਹਾਡਾ ਹੀ ਸੂਬਾ ਬਣ ਜਾਂਦਾ। ਤੁਸੀਂ ਆਪਣੀ ਸਾਰੀ ਮਾਈਗਰੈਂਟ ਲੇਬਰ ਹੈ ਜਿਨ੍ਹਾਂ ਨੇ ਇੰਨੀ ਹਿੰਮਤ ਨਾਲ ਆਪਣੇ ਪੰਜਾਬ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਮੈਨੂੰ ਪੁੱਛਿਆ ਇੱਕ ਸਵਾਲ ਦੇ ਵਿੱਚ ਕਿ ਮਿਸ਼ਨ ਫਤਿਹ ਕੀ ਹੈ। ਦੇਖੋ ਫਤਿਹ ਕੀ ਹੁੰਦਾ ਹੈ? ਫਤਿਹ ਆਪਣਾ ਤੁਸੀਂ ਪਰੰਪਰਾ ਦੇਖੋ, ਆਪਣਾ ਇਤਿਹਾਸ ਦੇਖੋ ਪੰਜਾਬ ਦਾ। ਫਤਿਹ ਦਾ ਮਤਲਬ ਜਿੱਤਣਾ, ਔਰ ਸਾਡੀ ਅੱਜ ਫਤਿਹ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਬਿਮਾਰੀ ਆਈ ਹੈ ਇਹਦੇ 'ਤੇ ਅਸੀਂ ਕਾਬੂ ਪਾਉਣੀ, ਉਹ ਸਾਡੀ ਫਤਿਹ ਹੋ ਉਸ 'ਚ। ਔਰ ਪੰਜਾਬ ਨੂੰ ਸਹੀ ਰੱਖਣਾ ਉਹ ਫਤਿਹ ਹੈ ਸਾਡੀ। ਸਾਡੇ ਲੋਕ ਖੁਸ਼ੀ ਰਹਿਣ, ਸੁਖੀ ਰਹਿਣ, ਉਹ ਫਤਿਹ ਹੈ ਸਾਡੀ। ਇਹ ਸਾਰੀਆਂ ਗੱਲਾਂ ਫਤਿਹ ਦੇ ਵਿੱਚ ਆਉਂਦੀਆਂ ਨੇ। ਇਹ ਸਾਡੇ ਪਰੰਪਰਾ ਦੇਖੋ ਆਪਣੇ ਸੂਬੇ ਦੀ, ਔਰ ਤੁਸੀਂ ਉਹਦੇ ਵਿੱਚ ਸਮਝੋ ਕਿ ਫਤਿਹ ਦਾ ਮਤਲਬ ਕੀ ਹੋਇਆ। ਅਸੀਂ ਬਿਮਾਰੀ ਨਾਲ ਲੜ ਰਹੇ ਹਾਂ, ਅਸੀਂ ਆਪਣੀ ਫਸਲਾਂ ਵਧੀਆ ਕੀਤੀਆਂ ਨੇ, ਅਸੀਂ ਲੋਕਾਂ ਨੂੰ ਬਚਾਇਆ, ਇਹ ਸਭ ਕੁਝ ਫਤਿਹ ਹੀ ਹੈ। ਔਰ ਇਹ ਫਤਿਹ ਰੱਖਿਆ ਕਿਉਂਕਿ ਸਾਡੀ ਇਹ ਇੱਕ ਇਤਿਹਾਸਿਕ ਇਹ ਲਫ਼ਜ਼ ਹੈ ਜਿਹਦੇ ਰਾਹੀਂ ਲੋਕਾਂ ਨੂੰ ਪਤਾ ਹੈ ਕਿ ਇਹ ਅਸੀਂ ਜਿਹੜੇ ਜੰਗ ਦੇ ਵਿੱਚ ਪਏ ਹੋਏ ਹਾਂ ਉਹਦੇ ਵਿੱਚ ਸਾਡੀ ਫਤਿਹ ਹੀ ਫਤਿਹ ਹੋਣੀ ਹੈ। ਤੋ ਇਹ ਚੀਜ਼ਾਂ ਬੜੀ ਜ਼ਰੂਰੀ ਸੀਆਂ ਜੋ ਤੁਹਾਨੂੰ ਦੱਸਿਆ ਗਿਆ। ਇਹ ਨਾ ਸਮਝੋ ਕਿ ਲੜਾਈ ਮੁੱਕੀ, ਹਾਲੇ ਤਾਂ ਹਾਲੇ ਚੱਲਣੀ ਹੈ, ਬੜੀ ਦੇਰ ਚੱਲਣੀ ਹੈ। ਪਰ ਤੁਸੀਂ ਜੋ ਤੁਹਾਨੂੰ ਦੱਸਿਆ ਗਿਆ ਸੋਸ਼ਲ ਡਿਸਟੈਂਸਿੰਗ ਬਾਰੇ, ਹੱਥ ਧੋਣ ਬਾਰੇ, ਮਾਸਕ ਪਾਉਣ ਬਾਰੇ, ਇਹ ਤੁਸੀਂ ਆਪਣਾ ਰੱਖੋ। ਇਹ ਵੀ ਇੱਕ ਮਿਸ਼ਨ ਫਤਿਹ ਦਾ ਇੱਕ ਸਮਝ ਲਓ ਕਿ ਇਹੀ ਇੱਕ ਗੱਲ ਹੈ ਜਿਹਦੇ ਨਾਲ ਤੁਸੀਂ ਆਪਣੇ ਪੰਜਾਬ ਦੇ ਵਿੱਚ ਫਤਿਹ ਲਿਆ ਸਕਦੇ ਹੋ। ਤੋ ਇਹ ਚੀਜ਼ਾਂ ਤੁਹਾਨੂੰ ਇਹ ਦੇਖਣੀਆਂ ਪੈਣਗੀਆਂ ਔਰ ਆਪਣਾ ਪਰਿਵਾਰ ਦਾ, ਆਪਣੇ ਬੱਚਿਆਂ ਦਾ ਔਰ ਆਪਣੇ ਪੂਰੇ ਪਰਿਵਾਰ ਦਾ ਤੁਸੀਂ ਧਿਆਨ ਰੱਖੋ। ਇਹ ਗੱਲਾਂ ਦੇ ਨਾਲ ਹੀ ਹੋਊਗਾ। ਮੈਂ ਹੁਣ ਥੋੜ੍ਹੇ ਕੁਝ ਸਵਾਲ ਸੇ ਜਿਹੜੇ ਉਹਦੇ 'ਤੇ ਆਉਣਾ ਚਾਹੁੰਦਾ। ਪਹਿਲੀ ਗੱਲ ਤਾਂ ਕੁਨਾਲ ਸੈਣੀ ਜੀ ਨੇ ਮੈਨੂੰ ਪੁੱਛਿਆ ਕਿ ਕਈ ਜਿਹੜੇ ਇੰਡਸਟਰੀ ਵਗੈਰਾ ਚੀਨ ਦੇ ਵਿੱਚ ਲੱਗੀ ਹੋਈ ਸੀ, ਅਮਰੀਕਨ ਇੰਡਸਟਰੀ, ਜੈਪਨੀਜ਼, ਕੋਰੀਅਨ, ਤਾਈਵਾਨੀਜ਼ ਵਗੈਰਾ, ਉਹ ਜਿਹੜੀਆਂ ਚਾਈਨਾ ਛੱਡ ਰਹੇ ਨੇ, ਤੁਸੀਂ ਇਹਦੇ ਬਾਰੇ ਕੁਝ ਕੀ ਕਰ ਰਹੇ ਹੋ? ਅਸੀਂ ਸਾਰੇ ਇਹਨਾਂ ਦੇ ਐਂਬਸੀਜ਼ ਨੂੰ ਅਸੀਂ ਲਿਖਿਆ ਹੋਇਆ ਔਰ ਉਹਨਾਂ ਦੇ ਨਾਲ ਹੁਣ ਕੋਰੀਅਨ ਵਾਲਿਆਂ ਦਾ ਜਵਾਬ ਵੀ ਆ ਗਿਆ। ਅਸੀਂ ਉਹਨਾਂ ਨਾਲ ਗੱਲਬਾਤ ਸਾਡੀ ਚਾਲੂ ਹੈ ਕਿ ਜਿਹੜੀ ਵੀ ਤੁਹਾਡੀ ਫੈਕਟਰੀਜ਼ ਇੱਥੇ ਪੰਜਾਬ 'ਚ ਆਉਣੀਆਂ ਅਸੀਂ ਉਹਨਾਂ ਨੂੰ ਜ਼ਮੀਨ ਦੇਵਾਂਗੇ। 4 ਅਸੀਂ ਆਪਣੇ ਇੱਕ ਜਿਹੜੇ ਸਾਡੇ ਇੰਡਸਟਰੀਅਲ ਇੱਕ ਪਾਰਕਸ ਅਸੀਂ ਬਣਾ ਰਹੇ ਹਾਂ, ਉਹ ਬਣੇ ਹੋਏ ਨੇ ਸਾਡੇ। ਮੈਨੂੰ ਖੁਸ਼ੀ ਹੈ ਉਹ ਕਿ ਪਾਰਕਸ ਉਹ ਜਿਹੜੇ ਅਸੀਂ ਫੈਸਲਾ ਕੀਤਾ ਸੀ ਬਣ ਗਏ ਔਰ ਸਮੇਂ ਸਿਰ ਹੀ ਬਣੇ, ਕਿਉਂਕਿ ਜਦ ਉਹ ਇਹ ਫੈਕਟਰੀ ਆਉਣਗੀਆਂ ਉਹਨਾਂ ਨੂੰ ਜ਼ਮੀਨਾਂ ਦੀ ਲੋੜ ਪਊ। ਅਸੀਂ ਜ਼ਮੀਨਾਂ ਦੇਵਾਂਗੇ, ਅਸੀਂ ਫੈਸਿਲਿਟੀਜ਼ ਦੇਵਾਂਗੇ ਤਾਂ ਕਿ ਉਰੇ ਆ ਕੇ ਆਪਣੀਆਂ ਫੈਕਟਰੀਆਂ ਲਾ ਸਕਣ। ਇੱਕ ਤਾਂ ਇਹ ਹੈ, ਉਹਦੇ ਵਿੱਚ ਸਾਡੀ ਵੀ ਆਰਥਿਕਤਾ ਔਰ ਥੋੜ੍ਹੇ ਜਿਹੜੇ ਤੁਸੀਂ ਆਪਣੇ ਬੱਚਿਆਂ ਨੂੰ ਲਾਉਣਾ ਨੌਕਰ ਉੱਥੇ ਲੱਗ ਸਕਣਗੇ। ਇੱਕ ਮੈਨੂੰ ਆਈ ਹੈ ਆਸ਼ੀਮਾ ਤੁਲੀ ਦੀ ਕਿ ਮੈਂ ਕੈਨੇਡਾ ਦੇ ਵਿੱਚ ਫਸੀ ਹੋਈ ਹਾਂ ਅਤੇ ਮੈਂ ਕੀ ਕਰਾਂ। ਮੈਂ ਆਪਣਾ ਜਿਹੜਾ ਉੱਥੇ ਇੱਕ ਰੱਖਿਆ ਹੋਇਆ ਇਹਨਾਂ ਨੇ ਕੋਈ ਜਿਹੜੇ ਬੰਦਿਆਂ ਨੂੰ ਲਿਆਉਣ ਵਾਸਤੇ ਵੰਦੇ ਮਾਤਰਮ ਮਿਸ਼ਨ, ਉਹਨੂੰ ਅਸੀਂ ਅਪਲਾਈ ਕੀਤਾ ਲੇਕਿਨ ਕੋਈ ਜਵਾਬ ਨਹੀਂ ਆਇਆ। ਦੇਖੋ ਗੱਲ ਇਹ ਹੈ ਕਿ ਬਹੁਤ ਲੋਕ ਨੇ ਜਿਹੜਾ ਆਉਣਾ ਚਾਹੁੰਦੇ ਨੇ। ਹੁਣ ਜੈਸੇ ਮੈਂ ਤੁਹਾਨੂੰ ਦੱਸਿਆ 20,000 ਦੇ ਤਾਂ ਸਾਡੇ ਕੋਲ ਖਬਰ ਆ ਗਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਕਿ ਇੰਨੇ ਲੋਕ ਹੁਣ ਥੋੜ੍ਹੇ ਦਿਨਾਂ 'ਚ ਆ ਰਹੇ ਨੇ। ਗਵਰਨਮੈਂਟ ਆਫ ਇੰਡੀਆ ਤੁਹਾਡੇ ਜਹਾਜ਼ ਭੇਜ ਰਹੀ ਹੈ। ਪਹਿਲਾਂ 174 ਸੌਟੀਜ਼ ਸੀਆਂ ਜਹਾਜ਼ ਦੀਆਂ ਏਅਰ ਇੰਡੀਆ ਦੀਆਂ, ਹੁਣ ਹੋਰ ਹੋ ਰਹੀਆਂ ਨੇ ਔਰ ਸਾਰਿਆਂ ਨੂੰ ਵਾਪਸ ਲਿਆ ਰਹੇ ਨੇ ਜਿੱਥੇ ਵੀ ਦੁਨੀਆ ਦੇ ਵਿੱਚ ਫਸੇ ਹੋਏ ਨੇ। ਔਰ ਤੁਸੀਂ ਦੁਬਾਰਾ ਚੈੱਕ ਕਰੋ,
ਹੋ ਸਕਦਾ ਹੈ ਕਿ ਐਡੇ ਵੱਡੇ ਡਿਮਾਂਡ ਹੋ ਗਈ ਕੈਨੇਡਾ, ਬਿਕੋਜ਼ ਆਪਣੇ ਲੋਕ ਕੈਨੇਡਾ 'ਚ ਬਹੁਤ ਰਹਿੰਦੇ ਨੇ, ਲੇਕਿਨ ਤੁਸੀਂ ਇੱਕ ਵਾਰ ਫਿਰ ਉਹਨਾਂ ਨੂੰ ਤੁਸੀਂ ਲਿਖ ਦਿਓ, ਔਰ ਅਸੀਂ ਵੀ ਤੁਹਾਡਾ ਡਿਟੇਲ ਸਾਰੇ ਮੈਂ ਭੇਜੂँਗਾ ਕੈਨੇਡਾ ਜਾਂ ਤਾਂ ਕੌਂਸੂਲੇਟ ਨੂੰ ਜਾਂ ਤੁਹਾਡੇ ਇਸ ਮਿਸ਼ਨ ਨੂੰ, ਤਾਂ ਕਿ ਤੁਹਾਨੂੰ ਇਸ ਜੋੜ ਲੈਣ। ਉਹ ਮੈਂ ਮੇਰਾ ਦਫ਼ਤਰ ਉਹਨਾਂ ਨੂੰ ਲਿਖ ਕੇ ਤੁਹਾਨੂੰ ਇਹ ਸਾਰੇ ਡਿਟੇਲ ਤੁਹਾਡੇ ਦਿਓ ਉਹਨਾਂ ਨੂੰ। ਤੀਸਰਾ, ਤੁਸੀਂ ਪੁੱਛਿਆ ਕਿ ਝੋਨਾ ਲੱਗਣਾ ਉਹਦੇ ਵਿੱਚ ਲੇਬਰ ਦੀ ਸ਼ਾਰਟੇਜ। ਦੇਖੋ ਬਹੁਤ ਲੇਬਰ ਮੈਂ ਤੁਹਾਨੂੰ ਦੱਸਿਆ ਸੀ 13 ਲੱਖ ਲੇਬਰ ਸੀ, ਹਾਲੇ ਤਾਂ 3 ਲੱਖ ਗਈ ਹੈ। 10 ਲੱਖ ਲੇਬਰ ਮਾਈਗਰੈਂਟ ਲੇਬਰ ਹਾਲੇ ਹੈ ਸਾਡੇ ਕੋਲ। ਪਤਾ ਨਹੀਂ ਉਹਦੇ ਵਿੱਚੋਂ ਅੱਧੇ ਤਾਂ ਬਾਹਰ ਆ ਰਹੇ ਨੇ, ਹੋਰ ਵੀ ਸ਼ਾਇਦ ਆ ਜਾਣ। ਇੱਕ ਵਾਰ ਚੱਲ ਪਿਆ, ਉਹਨਾਂ ਨੂੰ ਰੋਜ਼ੀ ਚਾਹੀਦੀ ਹੁੰਦੀ ਹੈ। ਅਗਰ ਰੋਜ਼ੀ ਮਿਲ ਜਾਏ, ਅਗਰ ਉਹਨਾਂ ਨੂੰ ਦਿਹਾੜੀ ਮਿਲ ਜਾਏ ਉਰੇ ਪੰਜਾਬ 'ਤੇ, ਫਿਰ ਬਾਹਰ ਜਾਣ ਦੀ ਕੀ ਲੋੜ ਹੈ। ਤਾਂ ਸ਼ਾਇਦ ਉਹ ਰੁਕ ਜਾਣ, ਔਰ ਕਿਉਂਕਿ ਉਰੇ ਬਿਮਾਰੀ ਵੀ ਨਹੀਂ ਹੈ ਇੰਨੀ ਜ਼ਿਆਦਾ, ਤਾਂ ਸ਼ਾਇਦ ਰੁਕ ਕੇ ਆਪਣਾ ਇਹ ਸਾਰਾ ਕੁਛ ਇੱਥੇ ਕਰਾ ਸਕਣ। ਤਾਂ ਇਹਦੇ ਵਿੱਚ ਇਹ ਲੇਬਰ ਦਾ ਵੀ ਮੇਰਾ ਖਿਆਲ ਕਮੀ ਨਾ ਹੋਏ। ਲੇਕਿਨ ਇੱਕ ਹੋਰ ਨਵਾਂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦੱਸਿਆ, ਡਰਿਲ ਨਾਲ ਬੜੇ ਲੋਕ ਹੁਣ ਆਪਣੀ ਝੋਨਾ ਬੀਜਣਾ ਚਾਹੁੰਦੇ ਨੇ। ਜੈਸੇ ਕਣਕ ਆਪਾਂ ਡਰਿਲ ਕਰਦੇ ਹਾਂ, ਐਸੇ ਝੋਨਾ ਡਰਿਲ ਕਰਨਾ ਚਾਹੁੰਦੇ ਨੇ। ਔਰ ਹੋ ਸਕਦਾ ਹੈ ਆਪਾਂ ਪਹਿਲਾਂ ਆਪਣੀ ਪਨੀਰੀ ਲਾਉਂਦੇ ਸੀ, ਫਿਰ ਚੱਕ ਪੱਟ ਕੇ ਉੱਥੋਂ ਲੈ ਜਾਂਦੇ ਸੀ ਖੇਤ ਦੇ ਵਿੱਚ, ਔਰ ਉੱਥੇ ਅਸੀਂ ਲਗਵਾਉਂਦੇ ਸੀ। ਹੁਣ ਜਦ ਤੁਸੀਂ ਡਾਇਰੈਕਟ ਸੀਡਿੰਗ ਕਰਕੇ ਤੁਸੀਂ ਆਪਣੀ ਸਿੱਧਾ ਹੀ ਤੁਸੀਂ ਫਸਲ ਲੈ ਸਕੋ, ਤਾਂ ਫਿਰ ਇਹਦੇ 'ਚ ਪੈਸੇ ਵੀ ਤੁਹਾਡੇ ਬੜੇ ਬਚਦੇ ਨੇ। ਹੁਣ ਸੁਣਿਆ ਬਹੁਤ ਲੋਕ ਬਹੁਤ ਕੁਛ ਮੰਗ ਰਹੇ ਨੇ, 1 ਏਕੜ ਦਾ, ਕਿਤੇ 5000, ਕਿਤੇ 6000, ਕਿਤੇ 7000 ਝੋਨਾ ਟਰਾਂਸਪਲਾਂਟਿੰਗ ਨੂੰ। ਉਹ ਸਾਰਾ ਤੁਹਾਡਾ ਪੈਸਾ ਬਚੋ ਅਗਰ ਤੁਸੀਂ ਇਹ ਕਰੋਗੇ। ਸੋ ਇਹ ਕਈ ਲੋਕ ਕਰ ਰਹੇ ਨੇ, ਮਸ਼ੀਨਾਂ ਬਣ ਰਹੀਆਂ ਨੇ, ਔਰ ਡਰਿਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ। ਲੋਕ ਹਾਲੇ ਤਾਂ ਨਹੀਂ ਸ਼ੁਰੂ ਕੀਤਾ, ਲੇਕਿਨ ਤਿਆਰੀ ਕਰ ਰਹੇ ਨੇ ਉਸਦੀ। ਤੋ ਇਹ ਮੈਂ ਇਹਨੂੰ ਜ਼ਿਆਦਾ ਨਹੀਂ ਸਮਝੂੰਗਾ ਕਿ ਇਹਦਾ ਕੋਈ ਅਸਰ ਸਾਡੇ ਜ਼ਿਆਦਾ ਝੋਨੇ ਦੇ ਉੱਪਰ ਪਊ। ਅੱਛਾ, ਤੁਸੀਂ ਇੱਕ ਪੁੱਛਿਆ ਸੀ ਮੈਨੂੰ, ਹਰਜੋਤ ਰੰਧਾਵਾ ਅਤੇ ਸੰਜੂਦੀਪ ਨੇ, ਅਗਰ ਲੋਕ ਜਹਾਜ਼ ਚੜ੍ਹਨ ਤੋਂ ਪਹਿਲਾਂ ਟੈਸਟਿੰਗ ਹੋ ਗਈ ਅਤੇ ਦੁਬਾਰਾ ਔਰ ਟੈਸਟਿੰਗ ਕਰਨ ਦੀ ਕੀ ਲੋੜ ਹੈ, ਔਰ ਕੁਆਰੰਟੀਨ ਦੀ ਕੀ ਲੋੜ ਹੈ। ਦੇਖੋ ਗੱਲ ਇਹ ਹੈ, ਟੈਸਟ ਦੁਬਈ 'ਚ ਹੋਇਆ ਸੀ, ਔਰ ਜੋ ਉੱਥੋਂ ਆਏ ਸੀ 164 ਬੰਦੇ, ਉਹਨਾਂ ਕਿੰਨੇ ਬੰਦਿਆਂ ਨੂੰ ਉਰੇ ਆ ਕੇ ਇਹ ਹੋ ਗਿਆ ਸੀ ਕੋਵਿਡ ਪੋਜ਼ੀਟਿਵ। ਕਿੰਨੇ ਨਿਕਲੇ? ਜਿੰਨੇ ਪੋਜ਼ੀਟਿਵ ਨਿਕਲੇ ਉਹ ਉੱਥੇ ਵੀ ਚੈੱਕ ਹੋਏ ਸੀ ਦੁਬਈ 'ਚ, ਤਾਂ ਫਿਰ ਇੱਥੇ ਆ ਕੇ ਕਿਉਂ ਪੋਜ਼ੀਟਿਵ ਨਿਕਲੇ? ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਦਾ ਕੋਈ ਸਰਟੀਫਿਕੇਟ ਨਹੀਂ ਐਕਸੈਪਟ ਕਰਦਾ। ਮੈਂ ਕਰੂੰਗਾ ਜੋ ਅਸੀਂ ਆਪ ਹੀ ਚੈੱਕ ਕਰਾਂਗੇ। ਜਿਹੜਾ ਜਹਾਜ਼ ਆਊਗਾ, ਬੰਦੇ ਚੈੱਕ ਹੋਣਗੇ, ਜਿਨ੍ਹਾਂ ਨੂੰ ਕੁਛ ਕੋਵਿਡ ਦਾ ਕੁਛ ਸਿੰਪਟਮਸ ਨਜ਼ਰ ਆਉਣ, ਉਹ ਜਾਣਗੇ ਇਨਟੂ ਆਈਸੋਲੇਸ਼ਨ। ਜਿਹੜੀ ਕੁਆਰੰਟੀਨ ਸਾਡੀ ਹਸਪਤਾਲ ਦੇ ਵਿੱਚ, ਉਹਨਾਂ ਨੂੰ ਉੱਥੇ ਦੇਖਿਆ ਜਾਊਗਾ। ਇਹ ਮੈਂ ਕੋਈ ਸਰਟੀਫਿਕੇਟ ਬਾਹਰੋਂ ਨਹੀਂ ਐਕਸੈਪਟ ਕਰੂੰਗਾ। ਜੋ ਮਰਜ਼ੀ ਦੇ ਦੇਣ, ਕੋਈ ਉਹੀ ਕਾਗਜ਼ ਬਣਾ ਦੇਣ। ਹੁਣ ਕੈਸੇ ਹੋ ਸਕਦਾ ਹੈ ਕਿ ਜਦ ਦੁਬਈ ਸਾਰਿਆਂ ਨੂੰ ਚੈੱਕ ਕਰਦੀ ਹੈ ਔਰ ਉਹਨਾਂ ਨੂੰ ਭੇਜ ਦਿੰਦੀ ਹੈ, ਤਾਂ ਇਹ ਦੁਬਈ ਦੇ ਵਿੱਚ ਅਗਰ ਇਹੋ ਜਿਹੀ ਗੱਲ ਕੋਈ ਹੋ ਜੇ, ਤਾਂ ਦੂਜੇ ਮੁਲਕ ਜਿਹੜੇ ਹੁਣ ਗੇਬੋਨ ਹੈ ਜਾਂ ਹਾਈਟੀ ਹੈ ਜਾਂ ਕਿਤੇ, ਤੁਹਾਡਾ ਖਿਆਲ ਉਹ ਸਰਟੀਫਿਕੇਟ ਨੂੰ ਉਹ ਠੀਕ ਰਹਿਣਗੇ? ਮੈਂ ਹੋ ਸਕਦਾ ਹੈ ਕਿ ਜਰਮਨੀ ਵਿੱਚ ਕੋਈ ਠੀਕ ਕਰ ਦੇ, ਸਵਿਟਜ਼ਰਲੈਂਡ ਵਿੱਚ ਠੀਕ ਕਰ ਦੇ, ਲੇਕਿਨ ਬਹੁਤ ਮੁਲਕ 88 ਮੁਲਕਾਂ ਤੋਂ ਲੋਕਾਂ ਨੇ ਆਉਣਾ। ਉੱਥੇ ਛੋਟੇ ਮੁਲਕ ਨੇ, ਉੱਥੇ ਮੈਂ ਨਹੀਂ ਉਹਨਾਂ ਦੀ ਐਕਸੈਪਟ ਕਰਦਾ ਸਰਟੀਫਿਕੇਟ। ਦੂਸਰਾ, ਤੁਸੀਂ ਇਹ ਵੀ ਪੁੱਛਿਆ ਸੀ ਕਿ ਇੰਨੀ ਰਿਕਵਰੀ ਰੇਟ ਕੈਸੇ ਹੋ ਗਈ। ਮੈਂ ਤੁਹਾਨੂੰ ਹੁਣ ਆંકੜੇ ਦੱਸੇ ਨੇ। 2028 ਤਾਂ ਸਾਡੇ ਲੋਕ ਸੀ ਜਿਨ੍ਹਾਂ ਨੂੰ ਕੇਸ ਹੋਏ ਨੇ, ਔਰ 1819 ਤਾਂ ਵਾਪਸ ਆਪਣੇ ਘਰਾਂ ਚਲੇ ਗਏ ਉਹਨਾਂ ਦੇ ਇਲਾਜ ਤੋਂ ਬਾਅਦ। ਸੋ ਸਿਰਫ 200 ਦੇ ਕਰੀਬ ਸਾਡੇ ਕੇਸ ਨੇ ਜਿਹੜੇ ਪੈਂਡਿੰਗ ਪਏ। ਇਹੀ ਤਰੀਕਾ ਹੁੰਦਾ, ਔਰ ਇਹ ਤੁਸੀਂ ਕਰਵਾਇਆ ਨਾ। ਅਗਰ ਤੁਸੀਂ ਆਪਣੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਨਾ ਤੁਸੀਂ ਮੰਨਦੇ, ਤਾਂ ਹੁਣ ਨੂੰ ਤਾਂ ਕਈ ਹਜ਼ਾਰਾਂ ਕੇਸ ਹੋ ਜਾਣੇ ਸੀ। ਇਹ ਤੁਸੀਂ ਜਿਹੜੀ ਮਾਸਕਿੰਗ ਰੱਖੀ, ਡਿਸਟੈਂਸਿੰਗ ਰੱਖੀ, ਲੋਕਡਾਊਨ ਦੇ ਵਿੱਚ ਘਰਾਂ 'ਚ ਰਹੇ, ਸਾਰੇ ਇਹਦਾ ਨਤੀਜਾ ਆ ਹੈ ਜਿਹੜੇ ਆંકੜੇ ਮੇਰੇ ਸਾਹਮਣੇ ਪਏ ਨੇ। ਇਹ ਪ੍ਰਿਯੰਕਾ ਮਹਾਜਨ ਨੇ ਅੰਮ੍ਰਿਤਸਰ ਤੋਂ, ਇਹਨਾਂ ਨੇ ਕਿਹਾ ਜੂਨ ਤੋਂ ਬਾਅਦ ਕਈ ਟ੍ਰੇਨਾਂ ਅੰਮ੍ਰਿਤਸਰ 'ਚ ਆਉਣਗੀਆਂ। ਤੁਹਾਡਾ ਟ੍ਰੇਨਾਂ ਦੇ ਬਾਰੇ ਕੀ ਕੈਸੇ ਆਪਾਂ ਸਪਰੈਡ ਨਾ ਹੋ ਜਾਏ, ਜਿਹੜੀ ਬਿਮਾਰੀ ਹੈ ਇਹ ਫੈਲ ਨਾ ਜਾਏ। ਹਰ ਟ੍ਰੇਨ ਜਾਂ ਹਰ ਬੱਸ ਸਟਾਪ 'ਤੇ ਜੋ ਪੁਆਇੰਟ ਟੂ ਪੁਆਇੰਟ ਜਾਂਦੀ ਹੈ, ਅਸੀਂ ਉੱਥੇ ਜਿਹੜਾ ਵੀ ਉੱਥੋਂ ਸਾਡੇ ਲੋਕ ਉਤਰਨਗੇ ਟ੍ਰੇਨਾਂ ਤੋਂ, ਇਕੱਲੇ ਦਾ ਚੈੱਕ ਹੋ। ਅਸੀਂ ਐ ਨਹੀਂ ਜਾਣ ਦੇਵਾਂਗੇ ਟ੍ਰੇਨਾਂ ਤੋਂ ਬਾਅਦ। ਜੈਸੇ ਜਹਾਜ਼ਾਂ 'ਤੇ ਹੁੰਦਾ ਸਾਡੇ ਰੇਲਵੇ ਏਅਰਪੋਰਟਸ ਦੇ ਉੱਪਰ ਇਕੱਲੇ ਬੰਦੇ ਨੂੰ ਚੈੱਕ ਕੀਤਾ, ਐਸੇ ਹੀ ਟ੍ਰੇਨਾਂ ਦੇ ਵਿੱਚ ਹੋਊਗਾ। ਐਸੇ ਹੀ ਜਿੱਥੇ ਪੁਆਇੰਟ ਟੂ ਪੁਆਇੰਟ ਆਉਂਦੀ ਹੈ, ਫਰਜ਼ ਕਰੋ ਹਾਲੇ ਤਾਂ ਇੰਟਰ ਸਟੇਟ ਆਪਣੀ ਟਰਾਂਸਪੋਰਟ ਨਹੀਂ ਚੱਲੀ, ਪਰ ਜਦ ਚੱਲੂ
अगर दिल्ली तो कोई बस आऊगी चंडीगढ़ तो ही विल कल्ले कल्ले पैसेंजर ਨੂੰ ਚੈੱਕ ਕੀਤਾ ਜਾਊਗਾ। ਸੋ ਇਹ ਚੀਜ਼ਾਂ ਨਾ ਤੁਸੀਂ ਵਰੀ ਕਰੋ। ਅਸੀਂ ਕਿਸੇ ਨੂੰ ਇੱਥੇ ਬਿਮਾਰੀ ਨਾਲ ਉਰੇ ਆਉਣ ਨਹੀਂ ਦੇਣਾ। ਸਟੇਟਾਂ ਦੇ ਵਿੱਚ ਤੁਸੀਂ 60,000 ਲੋਕ ਆਉਣਾ ਚਾਹੁੰਦੇ ਹੋ, ਜਦ ਆਓਗੇ ਅਸੀਂ ਤੁਹਾਡਾ ਪ੍ਰਬੰਧ ਕਰ ਰਹੇ ਹਾਂ। ਜਦ ਅਸੀਂ ਪ੍ਰਬੰਧ ਕਰ ਸਕਦੇ ਹਾਂ ਆਪਣੀ ਮਾਈਗ੍ਰੈਂਟ ਲੇਬਰ ਦਾ, ਤਾਂ ਅਸੀਂ ਆਪਣੇ ਬੰਦਿਆਂ ਨੂੰ ਲਿਆਉਣ ਦਾ ਵੀ ਪ੍ਰਬੰਧ ਕਰ ਸਕਦੇ ਹਾਂ, ਲੇਕਿਨ ਤੁਹਾਨੂੰ ਕੁਆਰੰਟੀਨ ਕੱਟਣ ਉਹੀ ਤਰੀਕਾ ਜੋ ਮੈਂ ਤੁਹਾਨੂੰ ਦੱਸਿਆ, ਕਿਉਂਕਿ ਇਹ ਬਿਮਾਰੀ ਇਹੀ ਜਿਹੀ ਹੈ ਕਿ ਅੱਜ ਅਗਰ ਤੁਹਾਨੂੰ ਲੱਗ ਜੇ, ਇਹ 5 ਔਰ 7 ਦਿਨ ਦੇ ਦਰਮਿਆਨ ਇਹ ਨਜ਼ਰ ਆਉਂਦੀ ਹੈ। ਤੋ ਇਹ 14 ਦਿਨ ਦੇ ਵਿੱਚ ਅਸੀਂ ਇਹਨੂੰ ਸੇਫਟੀ ਐਜ਼ ਅ ਸੇਫ ਮੈਟਰ ਆਫ ਅਬੰਡੈਂਟ ਪ੍ਰੀਕਾਸ਼ਨ ਕਹਿ ਲਓ, ਅਸੀਂ ਰੱਖਿਆ ਕਿ 14 ਦਿਨ ਕੁਆਰੰਟੀਨ, ਉਹਦੇ ਵਿੱਚ ਡਾਕਟਰ ਤੁਹਾਨੂੰ ਚੈੱਕ ਕਰਨਗੇ। 14 ਦਿਨ ਤੋਂ ਬਾਅਦ ਤੁਸੀਂ ਠੀਕ ਹੋ, ਬਸ ਬਿਲਕੁਲ ਠੀਕ। ਅਗਰ ਨਹੀਂ ਠੀਕ ਫਿਰ ਤੁਹਾਨੂੰ ਜਾ ਕੇ ਉਹਨੂੰ ਹਸਪੀਟਲਾਈਜ਼ ਤੁਹਾਨੂੰ ਕਰਨਾ ਪਊਗਾ। ਇਹ ਤੁਸੀਂ ਜਿਹੜੀ ਯਸ਼ਿਕਾ ਵਾਧਵਾ ਜੀ ਨੇ ਮੈਨੂੰ ਲਿਖੀ ਹੈ ਕਿ ਤੁਸੀਂ ਕਿਹਾ ਸੀ ਕਿ ਸਕੂਲ ਜਿਹੜੇ ਔਨਲਾਈਨ ਚਾਰਜਿਸ ਟਿਊਸ਼ਨ ਫੀਸ ਤੋਂ ਇਲਾਵਾ ਕੁਛ ਨਹੀਂ ਹੋਰ ਹੋ ਸਕਦਾ, ਔਰ ਇਹ ਵੀ ਇੰਪਲੀਮੈਂਟ ਨਹੀਂ ਹੋ ਰਿਹਾ। ਪਲੀਜ਼ ਤੁਸੀਂ ਮੈਨੂੰ ਡਿਟੇਲ ਭੇਜੋ ਕਿਹੜਾ ਸਕੂਲ ਹੈ ਜਿੱਥੇ ਇਹ ਹੋ ਰਿਹਾ। ਅਸੀਂ ਸਖਤੀ ਕਰਾਂਗੇ, ਕਿਉਂਕਿ ਜਦ ਇੱਕ ਵਾਰ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਇੱਥੇ ਕਿਸੇ ਨੂੰ ਇਹਨਾਂ ਨੂੰ ਚਾਰਜ ਨਹੀਂ ਕਰਨ ਦੇਣਾ, ਸਿਰਫ ਜੋ ਚੀਜ਼ਾਂ ਇਸਤੇਮਾਲ ਕਰ ਰਹੇ ਹੋ ਜੈਸੇ ਔਨਲਾਈਨ ਟ੍ਰੇਨਿੰਗ ਟਿਊਸ਼ਨ ਹੋਏ ਜਾਂ ਕੁਛ, ਉਹ ਵੱਖਰੀ ਗੱਲ ਹੈ, ਬਟ ਹੋਰ ਕੋਈ ਚਾਰਜਿਸ ਨਹੀਂ ਹੋਣਗੇ। ਪਲੀਜ਼ ਯਸ਼ਿਕਾ ਜੀ ਤੁਸੀਂ ਮੈਨੂੰ ਭੇਜੋ ਕਿਹੜਾ ਸਕੂਲ ਹੈ, ਔਰ ਅਸੀਂ ਇਹਦਾ ਸਖਤੀ ਕਰਾਂਗੇ ਇੱਥੇ। ਇਹੀ ਤੁਸੀਂ ਪਹਿਲਾਂ ਦੇਖੋ, ਸ਼ਾਲੂ ਅਰੋੜਾ ਜੀ ਅੰਮ੍ਰਿਤਸਰ, ਪ੍ਰਿਤਪਾਲ ਸਿੰਘ ਅੰਮ੍ਰਿਤਸਰ ਕਹਿੰਦੇ ਨੇ ਇਹੀ ਕਿ ਲੋਕ ਬਗੈਰ ਪ੍ਰੀਕਾਸ਼ਨ 'ਚ ਸੜਕਾਂ 'ਤੇ ਨਿਕਲ ਰਹੇ ਨੇ, ਮਾਸਕ ਨਹੀਂ ਪਾ ਰਹੇ। ਇਹ ਬੜੀ ਮਾੜੀ ਗੱਲ ਹੈ, ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੁਸੀਂ ਕਿਹਾ ਪਲੀਜ਼ ਡੂ ਸਮਥਿੰਗ, ਨਹੀਂ ਕਰੋਨਾ ਵਧੂ, ਇਹ ਸਹੀ ਗੱਲ ਹੈ। ਤੋ ਮੈਂ ਸਮਝਦਾ ਕਿ ਜਿਹੜੇ ਉਤਰਦੇ ਨੇ ਬਾਹਰ, ਇਹ ਮੈਂ ਸਮਝਦਾ ਕਿ ਪੰਜਾਬ ਦੇ ਦੁਸ਼ਮਣੀ ਸਮਝਣੋ ਕਿ ਜਿਹੜਾ ਬੰਦਾ ਆਪਣੇ ਮਾਸਕ ਬਗੈਰ ਜਾ ਕੇ ਸੜਕਾਂ 'ਤੇ ਉਤਰਦਾ ਹੈ ਔਰ ਹੋਰ ਲੋਕਾਂ ਨੂੰ ਆਪਣੀ ਬਿਮਾਰੀ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਹ ਕੋਸ਼ਿਸ਼ ਹੀ ਹੈ, ਉਹ ਸਾਡਾ ਨਹੀਂ ਹੋ ਸਕਦਾ। ਜਿਹੜਾ ਪੰਜਾਬ ਦਾ ਨੂੰ ਪਿਆਰ ਕਰਦਾ ਹੈ ਔਰ ਆਪਣੇ ਗੁਆਂਢੀਆਂ ਨੂੰ ਪਿਆਰ ਕਰਦਾ ਔਰ ਪੰਜਾਬੀਆਂ ਨੂੰ ਪਿਆਰ ਕਰਦਾ, ਉਹ ਇਹੋ ਜਿਹੀ ਗਲਤੀ ਨਹੀਂ ਕਰ ਸਕਦਾ। ਅਗਰ ਕਰੋਗੇ, ਮੈਂ ਪੁਲਿਸ ਨੂੰ ਕਹਿਤਾ ਸਖਤੀ ਕਰੋ ਔਰ ਚਲਾਨ ਕਰੋ, ਫਿਰ ਤੁਸੀਂ ਚਲਾਨ ਹੋਗੇ। ਔਰ ਤੁਸੀਂ ਇਹ ਨਾ ਕਰੋ ਮੈਥੋਂ ਕਰਵਾਓ ਨਾ, ਲੇਕਿਨ ਮੈਂ ਕਰੂੰਗਾ ਜ਼ਰੂਰ ਅਗਰ ਤੁਸੀਂ ਇਹ ਕਰਦੇ ਰਹੇ। ਐਂਡ ਤੁਸੀਂ ਇੱਕ ਪੁੱਛਿਆ AC ਦੇ ਬਾਰੇ ਕਿ ਲੋਕ ਕਹਿੰਦੇ ਨੇ ਕਿ AC ਨਾਲ ਸਪਰੈਡ ਹੁੰਦਾ, ਕੋਈ ਇਹਦੇ ਹਾਲੇ ਲੋਕਾਂ ਨੂੰ ਪਤਾ ਨਹੀਂ ਹੈ। ਜੈਸੇ ਮੈਨੂੰ ਦੱਸਿਆ ਤੁਹਾਨੂੰ ਕਿ ਸਾਨੂੰ ਪਤਾ ਨਹੀਂ ਕਿ ਇਹ ਬਿਮਾਰੀ ਕੀ ਹੈ, ਕੈਸੇ ਸਪਰੈਡ ਹੁੰਦੀ ਹੈ। ਇਹ ਜ਼ਰੂਰ ਪਤਾ ਹੈ ਕਿ ਮਿਊਕਸ ਤੋਂ ਸਪਰੈਡ ਹੁੰਦੀ ਹੈ। ਤਾਂ ਹੀ ਉਹਨਾਂ ਨੇ 6 ਫੁੱਟ 2 ਮੀਟਰ ਦਾ ਦੱਸਿਆ ਕਿ ਉਹਦੇ ਨੇੜੇ ਨਹੀਂ ਹੋਣਾ ਚਾਹੀਦਾ। ਕਿ ਇਹਦੇ ਰਾਹੀਂ AC ਦੇ ਰਾਹੀਂ ਅਗਰ ਇਹ ਫੈਲ ਜੀ ਹੈ, ਇਹ ਕੋਈ ਕੰਕਰੀਟ ਪ੍ਰੂਫ ਨਹੀਂ, ਕੋਈ ਮੈਡੀਕਲ ਪ੍ਰੂਫ ਨਹੀਂ, ਕੋਈ ਦੱਸ ਨਹੀਂ ਸਕਦਾ ਸਾਨੂੰ। ਇਹ ਤਾਂ ਸਿਰਫ ਲੋਕ ਜੈਸੇ ਕਹਿੰਦੇ ਨੇ ਕਿ ਇਹ ਵੀ ਤਰੀਕਾ ਹੋ ਸਕਦਾ, ਇਹ ਹੀ ਹੈ। ਸੋ ਤੁਸੀਂ ਅਗਰ ਤੁਹਾਨੂੰ ਕੋਈ ਇਸ 'ਤੇ ਜ਼ਿਆਦਾ ਵਰੀ ਹੈ ਤਾਂ ਫਿਰ ਨਾ AC ਚਲਾਓ, ਬਟ ਜਨਰਲੀ ਮੈਂ ਤਾਂ ਦੱਸ ਦੇਣਾ ਤੁਹਾਨੂੰ ਆਪਣਾ, ਮੈਂ ਤਾਂ ਚਲਾਉਂਦਾ ਆਪਣਾ AC, ਔਰ ਮੈਂ ਸਮਝਦਾ ਕਿ ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹਦੇ ਨਾਲ ਇਹ ਗੱਲ ਫੈਲ ਜਾਏ, ਕਿਉਂਕਿ ਕੋਈ ਕੰਕਰੀਟ ਪ੍ਰੂਫ ਨਹੀਂ, ਕੋਈ ਡਾਕਟਰਾਂ ਨੇ, ਕੋਈ ਸਾਇੰਟਿਸਟ ਨੇ, ਕਿਸੇ ਨੇ ਕੋਈ ਇਹ ਗੱਲ ਦੱਸੀ ਨਹੀਂ। ਇਹ ਸੀ ਸੀਮਾ ਸਹਿਗਲ ਪਟਿਆਲੇ ਤੋਂ, ਉਹਨਾਂ ਨੇ ਸਵਾਲ ਕੀਤਾ ਸੀਗਾ। ਔਰ ਇੱਕ ਤੁਸੀਂ ਪੁੱਛਿਆ ਮੈਨੂੰ ਨੀਲਕੰਠ ਸੰਦੋਤਰਾ ਜੀ ਪਠਾਨਕੋਟ ਤੋਂ ਕਿ ਸਟ੍ਰਿਕਟ ਲਾਕਡਾਊਨ ਹੋ ਸਕਦੀ ਹੈ, ਫਿਰ ਵਾਹਿਗੁਰੂ ਕਰੇ ਨਾ ਹੋਏਗੀ ਉਦੋਂ ਜਦੋਂ ਬਿਮਾਰੀ ਵਧੂ। ਔਰ ਮੈਂ ਅਰਦਾਸ ਹੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਬਿਮਾਰੀ ਨਾ ਵਧੇ ਔਰ ਇਹ ਫਿਰ ਸਖਤੀ ਕਰਨ ਦੀ ਸਾਨੂੰ ਲੋੜ ਨਹੀਂ ਪੈਂਦੀ। ਅਗਰ ਲੋੜ ਪਵੇ ਉਹਦਾ ਮਤਲਬ ਇਹ ਹੋਊ ਕਿ ਜਦ ਬਹੁਤ ਫੈਲ ਗਈ ਅੱਗੇ, ਪਰ ਅੱਜ ਜਿਸ ਤਰੀਕੇ ਨਾਲ ਪੰਜਾਬ ਚੱਲ ਰਿਹਾ, ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਲੋੜ ਨਹੀਂ ਪੈਣੀ ਇਹਦੀ। ਤੁਸੀਂ ਜਿਮਸ, ਮੈਨੂੰ ਪਤਾ ਹੈ ਬੱਚੇ ਖਾਸ ਕਰਕੇ ਜਿੰਮਾਂ ਨੂੰ ਜਾਣਾ ਚਾਹੁੰਦੇ ਨੇ, ਔਰ ਜਦ ਤੁਸੀਂ ਜਾਂ ਤਾਂ ਸੈਰ ਨਹੀਂ ਕਰ ਸਕਦੇ ਜਾਂ ਜਿਮ 'ਚ ਨਹੀਂ ਜਾ ਸਕਦੇ, ਤੁਸੀਂ ਫਿਰ ਤੁਹਾਨੂੰ ਵੀ ਫਿਕਰ ਹੁੰਦਾ ਹੈ ਕਿ ਬੈਠੇ ਬੈਠੇ ਘਰ 'ਚ ਕਿੰਨੀ ਦੇਰ ਤੁਸੀਂ ਬੈਠੋਗੇ। ਔਰ ਤੁਸੀਂ ਇਹ ਕਿਹਾ ਮੇਰਾ ਫਿਟਨੈਸ ਟ੍ਰੇਨਰ ਦੀ ਨੌਕਰੀ ਵੀ ਗਈ, ਤਾਂ ਚਲੋ ਵਾਹਿਗੁਰੂ ਕਰੇ। ਇਹ ਹੁਣ 31 ਤਰੀਕ ਨੂੰ ਇਹ ਜਿਹੜਾ ਲਾਕਡਾਊਨ ਗਵਰਨਮੈਂਟ ਆਫ ਇੰਡੀਆ ਨੇ ਕਰਫਿਊ ਵਗੈਰਾ ਲਗਾਇਆ, ਇਹ 31 ਤਰੀਕ ਨੂੰ ਦੇਖਾਂਗੇ ਕੀ ਹੋਰ ਕੀ ਕਰਦੇ ਨੇ। ਸ਼ਾਇਦ ਜਿਮ ਖੋਲ੍ਹਦੇ ਨੇ, ਇਸ ਵੇਲੇ ਤਾਂ ਜਿਮ, ਹੋਟਲਸ, ਰੈਸਟੋਰੈਂਟਸ, ਮੈਰਿਜ ਪੈਲੇਸਾਂ, ਇਹ ਸਭ ਕੁਝ ਬੰਦ ਰੱਖੀਆਂ ਨੇ ਗਵਰਨਮੈਂਟ ਆਫ ਇੰਡੀਆ ਨੇ, ਕਿਉਂਕਿ ਤੁਹਾਨੂੰ ਪਤਾ ਹੈ ਇਹ ਸਾਡੀ ਦਿਸ ਇਜ਼ ਅ ਨੈਸ਼ਨਲ ਡਿਜ਼ਾਸਟਰ ਦਾ
ਚਲਾਉਂਦੇ ਨੇ ਮਿਨਿਸਟਰੀ ਆਫ ਹੋਮ ਗਵਰਨਮੈਂਟ ਆਫ ਇੰਡੀਆ। ਜਿਹੜਾ ਸਟੇਟ ਡਿਜ਼ਾਸਟਰ ਹੈ ਉਹ ਅਸੀਂ ਚਲਾਉਂਦੇ ਹਾਂ, ਲੇਕਿਨ ਇਹ ਪੂਰੇ ਹਿੰਦੁਸਤਾਨ 'ਚ ਹੈ। ਸੋ ਇਟਸ ਵੀ ਕਮ ਅੰਡਰ ਦ ਨੈਸ਼ਨਲ ਡਿਜ਼ਾਸਟਰ ਐਕਟ, ਔਰ ਉਹ ਜੋ ਹੁਕਮ ਆਉਂਦਾ ਦਿੱਲੀੋਂ ਸਾਨੂੰ ਇੱਥੇ ਪੂਰਾ ਕਰਨਾ ਪੈਂਦਾ। ਔਰ ਉਹ ਜਿਮ ਔਰ ਇੰਟਰਾ ਸਟੇਟ ਬੱਸ ਸਰਵਿਸ ਜਾਂ ਜੈਸੇ ਮੈਂ ਹੋਰ ਤੁਹਾਨੂੰ ਗੱਲਾਂ ਦੱਸੀਆਂ ਨੇ, ਰੈਸਟੋਰੈਂਟਸ, ਹੋਟਲ, ਸਿਨੇਮਾ ਵਗੈਰਾ, ਇਹ ਸਭ ਗਵਰਨਮੈਂਟ ਡਿਜ਼ਾਸਟਰ ਐਕਟ ਦੇ ਅਧੀਨ ਇਹ ਹਾਲੇ ਮਨਜ਼ੂਰੀ ਨਹੀਂ ਹੈ। ਦੇਖਦੇ ਹਾਂ, ਪਰ ਆਈ ਥਿੰਕ 31 ਮਈ 'ਚ ਸ਼ਾਇਦ ਪ੍ਰਾਈਮ ਮਿਨਿਸਟਰ ਕੁਛ ਉੱਥੋਂ ਅਨਾਊਂਸ ਕਰ ਦੇਣ, ਉਹ ਆਪਾਂ ਨੂੰ ਦੇਖਣਾ ਪਊ 31 ਮਈ ਤਾਈਂ। ਫਿਰ ਤੀਸਰਾ ਅਗਲਾ ਸਵਾਲ ਇਹ ਵੀ ਸੀ, ਸਾਮ ਸ਼ਰਮਾ ਲੁਧਿਆਣੇ ਅਤੇ ਹਰਮਨ ਢਿੱਲੋਂ ਸੂਰਜ ਆਹੀ ਕਿ ਤੁਸੀਂ ਜਿਮ ਕਦ ਖੋਲੋਗੇ? ਮੈਂ ਤੁਹਾਨੂੰ ਜਵਾਬ ਦੇ ਸਕੇ। ਮੈਂ ਬਸ ਇੰਨੇ ਤੁਸੀਂ ਕੱਟ ਲਿਆ ਅਗਸਤ, 2 ਮਹੀਨੇ ਹੋ ਗਏ ਨੇ, ਹੁਣ ਥੋੜ੍ਹੇ ਹਫ਼ਤੇ ਥੋੜ੍ਹੀ ਦੇਰ ਰਹਿ ਗਈ, 31 ਮਈ ਤਾਂ ਇੰਤਜ਼ਾਰ ਕਰ ਲਓ ਔਰ ਸ਼ਾਇਦ ਸਭ ਠੀਕ ਹੋ ਜਾਏ। ਫਿਰ ਉਸ ਤੋਂ ਬਾਅਦ ਤੁਸੀਂ ਪੁੱਛ ਰਹੇ ਹੋ ਕਿ ਫਲਾਈਟਾਂ ਨੂੰ ਕਿਉਂ ਰੀਸਟਾਰਟ ਕੀਤਾ। ਦੇਖੋ, ਇੰਡਸਟਰੀ ਹੁਣ ਖੋਲ੍ਹਤੀ, ਜਿਹੜੇ ਨਾਨ ਕਨਫਾਈਨਡ ਜ਼ੋਨਸ ਨੇ ਨਾ, ਉਹਦੇ ਵਿੱਚ ਇੰਡਸਟਰੀ ਆਪਣੀ ਚਾਲੂ ਹੋ ਗਈ। ਮੈਂ ਤੁਹਾਨੂੰ ਦੱਸਿਆ ਸੀ, ਹੁਣ ਪੰਜਾਬ 'ਚ 2,50,000 ਯੂਨਿਟਾਂ ਵਿੱਚੋਂ 1.5 ਲੱਖ ਯੂਨਿਟ ਆਪਣੇ ਚੱਲ ਪਏ। ਉਹਨਾਂ ਦੇ ਕੋਈ ਮਾਲਿਕ ਤਾਂ ਹੁੰਦੇ ਨੇ, ਕੋਈ ਇਨਵੈਸਟਮੈਂਟ ਆ ਰਹੀ ਹੈ, ਬਹੁਤ ਇਨਵੈਸਟਮੈਂਟ ਬਾਹਰੋਂ ਆਈ, ਕੋਈ ਅਮਰੀਕਾ ਤੋਂ ਆ ਰਹੀ ਹੈ, ਕੋਈ ਜਰਮਨੀ ਤੋਂ ਆ ਰਹੀ ਹੈ, ਕੋਈ ਜਾਪਾਨ ਤੋਂ ਆ ਰਹੀ ਹੈ, ਕੁਛ ਇਟਲੀ ਤੋਂ ਆ ਰਹੀ ਹੈ। ਤਾਂ ਜਿਹੜੇ ਆਉਣਾ ਆਪਣੇ ਫੈਕਟਰੀ ਉਹਨੇ ਲਾਈ ਬੈਠੇ ਨੇ, ਉਹਨਾਂ ਨੇ ਜਦ ਆਪਣੇ ਮੁਲਕਾਂ ਤੋਂ ਆਉਣਾ ਫਿਰ ਜਹਾਜ਼ 'ਚ ਹੀ ਆਉਣਾ। ਸੋ ਦੈਟ ਇਜ਼ ਵਾਈ ਗਵਰਨਮੈਂਟ ਆਫ ਇੰਡੀਆ ਨੇ ਥੋੜ੍ਹੀ ਇੰਨੀ ਨਹੀਂ ਜਿੰਨੇ ਜਹਾਜ਼ ਪਹਿਲਾਂ ਆਉਂਦੇ ਸੀ, ਥੋੜ੍ਹੀ ਉਹਦੇ ਵਿੱਚ ਤਬਦੀਲੀ ਕੀਤੀ। ਔਰ ਉਹਨਾਂ ਇੱਥੇ ਉੱਥੇ ਹੀ ਨਹੀਂ, ਲੋਕਲ ਆਪਣੇ ਕੋਈ ਬੰਗਲੌਰ ਤੋਂ ਆਉਣਾ ਚਾਹੁੰਦਾ ਹੈ, ਕੋਈ ਮੁੰਬਈ ਤੋਂ ਆਉਣਾ ਚਾਹੁੰਦਾ ਹੈ। ਤੋ ਇਹ ਚੀਜ਼ਾਂ ਹੈ, ਲੇਕਿਨ ਉਹਨਾਂ ਨੂੰ ਅਸੀਂ ਜਿਹੜਾ ਆਊਗਾ ਦੇ ਵਿਲ ਬੀ ਟੈਸਟਡ। ਅਸੀਂ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਅਸੀਂ ਐ ਨਹੀਂ ਆਉਣ ਦੇਣਾ ਕਿਸੇ ਨੂੰ ਜਿਹੜਾ ਟੈਸਟ ਬਗੈਰ ਇੱਥੇ ਆ ਸਕੇ। ਸੋ ਇਹਦਾ ਤੁਹਾਨੂੰ ਵਾਰੀ ਕਰਨ ਦੀ ਲੋੜ ਨਹੀਂ, ਅਸੀਂ ਜ਼ਰੂਰ ਕਰਾਂਗੇ। ਔਰ ਸਾਡੇ ਏਅਰਪੋਰਟ 'ਤੇ ਜਿੱਥੇ ਗਵਰਨਮੈਂਟ ਆਫ ਇੰਡੀਆ ਚਲਾਉਂਦੀ ਹੈ ਏਅਰਪੋਰਟ 'ਤੇ, ਉੱਥੇ ਟੈਸਟਿੰਗ ਹੁੰਦੀ ਹੈ, ਉਹਦੇ ਨਾਲ ਹੀ ਪੰਜਾਬ ਟੈਸਟ ਕਰਦਾ ਹੈ। ਸੋ ਅਸੀਂ ਬੜੀ ਸਖਤੀ ਕਰ ਰਹੇ ਹਾਂ ਇਸ ਗੱਲ 'ਤੇ। ਤੁਸੀਂ ਆਹ ਜਿਹੜੀ ਅਲਾਉ ਕੀਤੀ ਚੰਡੀਗੜ੍ਹ ਐਡਮਿਨਿਸਟ੍ਰੇਟਿਵ ਟੂ ਰਿਸੋਰਵ ਬੱਸ ਸਰਵਿਸ ਇਨ ਪੰਜਾਬ, ਐਂਡ ਆਲਸੋ ਇਹ ਸੁਰੇਸ਼ ਵਰਮਾ ਜੀ ਨੇ ਕਿਹਾ ਪਨ ਬੱਸ ਵਗੈਰਾ, ਅਤੇ ਇਹ ਤਾਂ ਮੇਰੇ ਖਿਆਲ ਖੁੱਲ੍ਹ ਗਈ ਹੈ। ਇਹ ਤਾਂ ਹੁਣ ਤਾਂ ਸਾਰੇ ਤੁਹਾਡੇ ਚੰਡੀਗੜ੍ਹ ਤੋਂ ਪੰਜਾਬ ਦੇ ਵਿੱਚ ਤੁਹਾਡੇ ਬੱਸਾਂ ਚੱਲ ਰਹੀਆਂ ਨੇ। ਇਹ ਕੱਲ੍ਹ ਤੋਂ ਮੇਰੇ ਖਿਆਲ ਸ਼ੁਰੂਆਤ ਹੋ ਗਈ ਸੀ ਨਾ। ਸੋ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ। ਤੁਸੀਂ ਇਹ ਪੁੱਛਿਆ, ਇਹ ਸੰਦੀਪ ਰਾਏ ਜੀ, ਮੈਂ ਪਹਿਲਾਂ ਵੀ ਜਾ ਚੁੱਕਿਆ ਬੈਂਗਲੌਰ ਤੋਂ, ਕਿ ਦਿਸ ਇਜ਼ ਐਨ ਆਪਸ਼ਨ ਫॉर ਹੋਮ ਕੁਆਰੰਟੀਨ ਫॉर ਪੀਪਲ ਕਮਿੰਗ ਫਰੋਮ ਅਦਰ ਸਟੇਟਸ ਐਜ਼ ਡੋਮੈਸਟਿਕ ਫਲਾਈਟਸ ਆਰ ਸਟਾਰਟਿੰਗ ਨਾਓ। ਆਹ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਜਦੋਂ ਤੁਸੀਂ ਆਓਗੇ ਤੁਹਾਡਾ ਚੈੱਕ ਹੋਊਗਾ, ਇਫ ਯੂ ਆਰ ਓਕੇ, ਤੁਹਾਨੂੰ ਹੋਮ ਆਪਣੇ ਕੁਆਰੰਟੀਨ ਭੇਜ ਦਾਂਗੇ। ਅਗਰ ਤੁਹਾਨੂੰ ਬਿਮਾਰੀ ਹੈ ਤਾਂ ਤੁਹਾਨੂੰ ਯੂ ਵਿਲ ਹੈਵ ਟੂ ਗੋ ਇਨ ਫॉर ਪ੍ਰੋਪਰ ਹੌਸਪੀਟਲਾਈਜੇਸ਼ਨ। ਇਹੀ ਤੁਸੀਂ ਮੈਨੂੰ ਪੁੱਛਿਆ ਬਾਹਰਲੇ ਮੁਲਕਾਂ ਦਾ ਜਵਾਬ ਇਹੀ ਹੈ ਕਿ ਅਗਰ ਤੁਸੀਂ ਬਾਹਰਲੇ ਮੁਲਕਾਂ ਤੋਂ ਵੀ ਆਓਗੇ, ਇਹੀ ਤੁਹਾਨੂੰ ਉੱਥੇ ਹੋਊਗਾ। ਹੋਮ ਬੈਟਲ ਤੁਸੀਂ ਕਿਹਾ, ਦਿਸ ਇਜ਼ ਥਿੰਕ ਟੈਂਕ ਆਰਗੇਨਾਈਜੇਸ਼ਨ ਹੈ ਕੋਈ, ਜਿਹਨੇ ਮੈਨੂੰ ਇੰਡੀਅਨ ਥਿੰਕ ਟੈਂਕ ਆਰਗੇਨਾਈਜੇਸ਼ਨ। ਹੋਮ ਬੈਟਲ ਸੀਮਸ ਆਲਮੋਸਟ ਵਨ, ਬਟ ਦੀਜ਼ ਇਨਕਮਿੰਗ ਪੀਪਲ ਆਰ ਟੂ ਬੀ ਹੈਂਡਲਡ ਕੇਅਰਫੁਲੀ ਟੂ ਸਟਾਪ ਫਰਦਰ ਸਪ੍ਰੈਡ। ਇੱਕ ਗੱਲ ਮੈਥੋਂ ਸੁਣ ਲਓ ਤੁਸੀਂ, ਦੀ ਹੋਮ ਬੈਟਲ ਇਜ਼ ਨਾਟ ਵਨ ਐਟ ਦ ਮੋਮੈਂਟ ਵੀ ਆਰ, ਅਸੀਂ ਇਸ ਨੂੰ ਕਾਬੂ ਕੀਤਾ ਹੋਇਆ। ਲੇਕਿਨ ਤੁਸੀਂ ਦੇਖ ਨਹੀਂ ਰਹੇ ਕਿ ਦੁਨੀਆ 'ਚ ਕੀ ਹੋ ਰਿਹਾ। ਸਾਰਿਆਂ ਦੇ ਘਰਾਂ 'ਚ ਟੈਲੀਵਿਜ਼ਨ ਨੇ, ਸਾਰੀ ਦੁਨੀਆ ਦਾ ਦੇਖ ਲਓ ਆਂਕੜੇ ਕਿੱਥੇ ਪਹੁੰਚੇ ਹੋਏ ਨੇ। ਅੱਜ ਮੈਂ ਦੇਖ ਰਿਹਾ ਸੀ ਸਵੇਰੇ, ਗਲੋਬਲੀ 5 ਮਿਲੀਅਨ ਕੇਸਿਸ ਹੋਏ ਨੇ ਕਰੋਨਾ ਦੇ, ਐਂਡ ਇਹ ਤਾਂ ਵਧੇਗਾ। ਇਹ ਦੇ ਕਹਿ ਰਹੇ ਨੇ ਕਿਤੇ ਸੈਕੰਡ ਵੇਵ ਆ ਰਹੀ ਹੈ ਚਾਈਨਾ ਵਿੱਚ ਵੀ। ਸੋ ਜਦ ਤਾਂ ਹੀ ਪਤਾ ਲੱਗਦਾ ਇਹਦਾ ਕਿ ਕੀ ਕਿਸਮ ਦੀ ਬਿਮਾਰੀ ਹੈ। ਕਹਿੰਦੇ ਨੇ 12 ਸਟ੍ਰੇਨ ਨੇ, ਕਿਤੇ ਜ਼ਿਆਦਾ ਵੇਰੀਲੈਂਟ ਸਟ੍ਰੇਨ ਨੇ, ਕਿਤੇ ਘੱਟ ਵੇਰੀਲੈਂਟ ਸਟ੍ਰੇਨ ਨੇ, ਔਰ ਇਹ ਨੋਬਡੀ ਨੋਜ਼। ਲੇਕਿਨ ਅਗਰ ਅਸੀਂ ਸਮਝਦੇ ਹਾਂ ਕਿ ਅੱਜ ਲੜਾਈ ਖਤਮ, ਇਹਦੀ ਪੂਰੀ ਹੋ ਗਈ, ਨਹੀਂ ਪੂਰੀ ਹੋਈ, ਇਸ ਨੇ ਆਉਣਾ। ਸ਼ਾਇਦ ਸਾਡੇ ਵੀ ਆਂਕੜੇ ਵਧਣ, ਕਿਉਂਕਿ ਜਦ ਲੋਕ ਬਾਹਰੋਂ ਆਉਣਗੇ, ਘਬਰਾਉਣ ਦੀ ਕੋਈ ਲੋੜ ਨਹੀਂ, ਕਿ ਅਸੀਂ ਕਾਬੂ ਇਸ 'ਤੇ ਰੱਖਿਆ। ਜੈਸੇ ਮੈਂ ਤੁਹਾਨੂੰ ਦੱਸਿਆ, ਤਕਰੀਬਨ ਸਾਰੇ ਹੀ ਬੰਦੇ ਸਾਡੇ ਜਾ ਕੇ ਰਾਜੀ ਹੋ ਕੇ ਵਾਪਸ ਆਪਣੇ ਘਰਾਂ 'ਚ ਗਏ ਨੇ। ਮੌਤਾਂ ਹੋਈਆਂ ਨੇ ਸਾਡੀਆਂ, ਅਨਫੋਰਚੂਨੇਟ ਗੱਲ ਹੈ, ਲੇਕਿਨ ਇਹ 39 ਮੌਤਾਂ ਹੋਈਆਂ ਨੇ ਸਾਡੀਆਂ। ਹਿੰਦੁਸਤਾਨ ਵਿੱਚ ਵੀ ਬਹੁਤ ਹੋਈਆਂ ਨੇ, ਬਟ ਦੀਜ਼ ਆਰ ਥਿੰਗਸ ਵੀ ਹੈਵ ਟੂ ਐਕਸੈਪਟ। ਇਹ ਬਿਮਾਰੀ ਦਾ ਇਹ ਐਂ ਚੱਲਦਾ ਹੈ। ਔਰ ਆਮ ਤੌਰ 'ਤੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਲੱਗਦੀ ਹੈ, ਬਟ ਫਿਰ ਵੀ ਵੀ ਹੈਵ ਟੂ ਆਲ ਬੀ ਕੇਅਰਫੁਲ ਔਨ ਦਿਸ ਇਸ਼ੂ। ਔਰ ਇਹ ਵਾਹਿਗੁਰੂ ਕਰੇ ਅਸੀਂ
ਕੰਟਰੋਲ ਕਰਾਂਗੇ, ਬਟ ਦਿਸ ਬੈਟਲ ਇਜ਼ ਨਾਟ ਵਨ, ਵੀ ਹੈਵ ਟੂ ਬੀ ਪ੍ਰੀਪੇਅਰਡ। ਔਰ ਆਪਾਂ ਨੂੰ ਪੂਰੀ ਲੜਾਈ ਨਾਲ ਇਹ ਰੱਖਣਾ, ਤਾਂ ਹੀ ਅਸੀਂ ਇਹਨੂੰ ਨਾਮ ਮਿਸ਼ਨ ਫਤਿਹ ਰੱਖਿਆ ਕਿ ਇਹਦੇ 'ਤੇ ਅਸੀਂ ਫਤਿਹ ਪਾਉਣਾ, ਔਰ ਇਹ ਫਤਿਹ ਹੋਊਗੀ। ਲੇਕਿਨ ਦੇਖਣਾ ਪਊ। ਅੱਜ ਜੋ ਮੈਂ ਇੱਕ ਅਮਰੀਕਾ ਦਾ ਹੀ ਵਾਜ਼ ਲੀਡਿੰਗ ਵਾਇਰੋਲੋਜਿਸਟ, ਇਹ ਵਾਇਰਸ ਹੈ ਨਾ, ਵਾਇਰੋਲੋਜਿਸਟ ਦਾ ਮੈਂ ਦੇਖ ਰਿਹਾ ਸੀ ਟੈਲੀਵਿਜ਼ਨ, ਉਹਨੇ ਕਿਹਾ ਅਗਰ ਤੁਸੀਂ ਸਮਝਦੇ ਹੋ ਕਿ ਹੁਣ ਕੋਈ ਇਹਦਾ ਇਲਾਜ ਨਿਕਲੇ, ਕੋਈ ਇਲਾਜ ਨਹੀਂ। ਇਹਦਾ ਤਾਂ ਇਲਾਜ ਨੇਚਰ ਹੈ, ਇਹਦਾ ਇਲਾਜ ਕੁਛ ਹੋਰ ਨਹੀਂ। ਲੇਕਿਨ ਜਿਹੜਾ ਇਹਨਾਂ ਦਾ ਆਊਗਾ ਇਹ ਵੈਕਸੀਨ, ਯੂ ਕੈਨ ਬੀ ਪ੍ਰੀਪੇਅਰਡ ਫॉर 14 to 16 months। ਉਸ ਤੋਂ ਪਹਿਲਾਂ ਪੂਰਾ ਵੈਕਸੀਨ ਨਹੀਂ ਆਉਣਾ ਜਿਹੜਾ ਦੁਨੀਆ ਨੂੰ ਕਵਰ ਕਰ ਲੇ। ਸੋ ਯੂ ਹੈਵ ਟੂ ਬੀ ਪ੍ਰੀਪੇਅਰਡ। ਔਰ ਆਪਾਂ ਨੂੰ ਉਦੋਂ ਤੱਕ ਟੋਟਲ ਆਪਾਂ ਨੂੰ ਕੰਟਰੋਲ ਰੱਖਣਾ ਪਊ ਜੋ ਡਾਕਟਰ ਸਾਨੂੰ ਦੱਸ ਰਹੇ ਨੇ, ਔਰ ਫਿਰ ਆਪਾਂ ਪੰਜਾਬ ਨੂੰ ਸਹੀ ਰੱਖਾਂਗੇ ਔਰ ਆਪਣੇ ਦੇਸ਼ ਨੂੰ। ਇਹ ਦੇਸ਼ ਦੀ ਲੜਾਈ ਹੈ। ਅਸੀਂ ਛੋਟੇ ਛੋਟੇ ਸੂਬੇ ਸਾਰੇ ਇੱਕ ਬੜਾ ਦੇਸ਼ ਬਣਾਉਂਦੇ ਹਾਂ, ਔਰ ਇਹ ਪੂਰੀ ਦੇਸ਼ ਦੀ ਲੜਾਈ ਹਰ ਸੂਬਾ ਲੜ ਰਿਹਾ। ਔਰ ਹਰ ਸੂਬੇ ਦੇ ਵਿੱਚ ਅਗਰ ਅਸੀਂ ਡਿਊਟੀ ਅਸੀਂ ਕਰਦੇ ਰਹੀਏ ਆਪਣੀ, ਤਾਂ ਆਪਣਾ ਮੁਲਕ ਇਸ ਤੋਂ ਬਚੂ। ਤਾਂ ਬੜੀ ਖੁਸ਼ੀ ਹੋਈ ਹੈ ਕਿ ਮੈਂ ਤੀਸਰੀ ਵਾਰ ਤੁਹਾਡੇ ਨਾਲ ਗੱਲ ਕਰ ਸਕਿਆ। ਅਗਲੇ ਹਫ਼ਤੇ ਫਿਰ ਮਿਲਾਂਗੇ ਆਪਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।